हर कोई इंसान अपने आप ਨੂੰ बहुत ਗਿਆਨਵਾਨ ਮੰਨਦਾ ਹੈ ਤੇ ਸਮਝਦਾ ਹੈ ਕਿ ਉਸ ਤੋਂ ਵੱਧ ਇਸ ਧਰਤੀ ਦੇ ਉੱਪਰ ਕੋਈ ਵੀ ਸਿਆਣਾ ਨਹੀਂ ਹੈ। ਸੋ ਆਪਣੀ ਸਮਝ ਦੇ ਅਨੁਸਾਰ ਉਹ ਇਸ ਸੰਸਾਰ ਦੇ ਵਿੱਚ ਆਪਣਾ ਇੱਕ ਸੰਕਲਪ ਜਿਹੜਾ ਤਿਆਰ ਕਰ ਲੈਂਦਾ ਹੈ, ਜਿਸ ਅਨੁਸਾਰ ਉਹ ਚੱਲਦਾ ਹੈ। ਸੋ ਹਰ ਕੋਈ ਇਨਸਾਨ ਦੂਸਰੇ ਇਨਸਾਨ ਦੀ ਗੱਲ ਮੰਨਣ ਨੂੰ ਬਿਲਕੁਲ ਤਿਆਰ ਨਹੀਂ ਹੁੰਦਾ ਹੈ। ਇਸੇ ਤਰ੍ਹਾਂ ਇੱਕ ਕਹਾਵਤ ਆਉਂਦੀ ਹੈ ਕਿ ਪਰਮਾਤਮਾ ਨੇ ਹਰ ਇੱਕ ਇਨਸਾਨ ਨੂੰ ਬੁੱਧੀ ਵੰਡ ਰਹੇ ਸਨ। ਸੋ ਸਾਰੇ ਇਨਸਾਨ ਬੁੱਧੀ ਲੈ ਕੇ ਜਾ ਰਹੇ ਸਨ, ਲੇਕਿਨ ਇੱਕ ਇਨਸਾਨ ਜਿਹੜਾ ਉਹ ਵਾਪਸ ਆ ਗਿਆ। ਉਸਨੇ ਪੁੱਛਿਆ ਕਿ ਪ੍ਰਭੂ ਤੁਸੀਂ ਹਰ ਇੱਕ ਨੂੰ ਬੁੱਧੀ ਦੇ ਦਿੱਤੀ ਹੈ, ਸੋ ਕੌਣ ਕਿਸੇ ਦੀ ਗੱਲ ਨੂੰ ਮੰਨੇਗਾ। ਸੋ ਪ੍ਰਭੂ ਨੇ ਕਿਹਾ ਕਿ ਹਰ ਇਨਸਾਨ ਜਿਹੜਾ ਆਪਣੇ ਆਪ ਨੂੰ ਗਿਆਨਵਾਨ ਸਮਝੇਗਾ, ਆਪਣੇ ਆਪ ਨੂੰ ਬੁੱਧੀਵਾਨ ਇਨਸਾਨ ਜਿਹੜਾ ਉਹ ਸਮਝੇਗਾ। ਪਾਗਲ ਵੀ ਇਨਸਾਨ ਜਿਹੜਾ ਕਹੇਗਾ ਕਿ ਮੇਰੇ ਤੋਂ ਵੱਧ ਸਿਆਣਾ ਇਨਸਾਨ ਕੋਈ ਨਹੀਂ ਹੈ। ਸੋ ਸੰਸਾਰ ਵਿੱਚ ਕਿਸੇ ਨੂੰ ਵੀ ਸਲਾਹ ਦੇ ਕੇ ਦੇਖ ਲਓ, ਲੇਕਿਨ ਉਹ ਆਪਣੇ ਆਪ ਨੂੰ ਸਭ ਤੋਂ ਵੱਧ ਜਿਹੜਾ ਬੁੱਧੀਵਾਨ ਗਿਆਨਵਾਨ ਮੰਨਦਾ ਹੈ। ਸੋ ਬੰਦਾ ਇਨਸਾਨ ਜਿਹੜਾ ਹੈ ਉਹ ਵਿਦਵਾਨ ਤਾਂ ਹੋ ਸਕਦਾ ਹੈ ਕਿ ਉਸਨੂੰ ਬਹੁਤ ਸਾਰਾ ਗਿਆਨ ਹੋ ਸਕਦਾ ਹੈ, ਲੇਕਿਨ ਇਸ ਸੰਸਾਰ ਦੇ ਵਿੱਚ ਅਗਰ ਕਿਸੇ ਕੋਲੋਂ ਪੁੱਛ ਲਈਏ ਗਿਆਨ ਜਾਂ ਪੁੱਛ ਲਈਏ ਤਾਂ ਬੰਦਾ ਵਿਦਵਾਨ ਤਾਂ ਹੋ ਸਕਦਾ ਹੈ, ਪਰ ਉਹ ਗਿਆਨਵਾਨ ਬਿਲਕੁਲ ਨਹੀਂ ਹੋ ਸਕਦਾ ਹੈ। ਸੋ ਇਹ ਧਾਰਨਾ ਜਿਹੜੀ ਹੈ ਉਹ ਪਰਮਾਰਥ ਦੇ ਰਾਹ 'ਤੇ ਪੈਣ ਦੇ ਲਈ ਜਿਹੜੀ ਹੈ ਉਹ ਇਸ ਸੰਦਰਭ ਦੇ ਵਿੱਚ ਦੱਸਿਆ ਜਾ ਰਿਹਾ ਹੈ। ਗਿਆਨਵਾਨ ਇਨਸਾਨ ਜਿਹੜਾ ਹੈ ਉਹ ਬ੍ਰਹਮ ਦੇ ਮਾਤਰ ਇਹ ਜਾਣਦਾ ਹੈ। ਉਸ ਦੇ ਵਿੱਚ ਇੱਕ ਸੰਕਲਪ ਮਾਤਰ ਗਿਆਨ ਜਿਹੜਾ ਹੁੰਦਾ ਹੈ, ਉਸ ਨੂੰ ਇਹ ਪਤਾ ਤੇ ਹੁੰਦਾ ਹੈ ਕਿ ਪਰਮਾਤਮਾ ਹੈ, ਉਸਦੀ ਪੂਜਾ ਜਿਹੜੀ ਕਰਨੀ ਚਾਹੀਦੀ ਹੈ, ਲੇਕਿਨ ਉਸ ਨੂੰ ਇਸ ਪਰਾਸ਼ਕਤੀ ਦਾ, ਇਸ ਅਥਾਰਟੀ ਦਾ ਗਿਆਨ ਜਿਹੜਾ ਉਹ ਬਿਲਕੁਲ ਨਹੀਂ ਹੁੰਦਾ। ਸੋ ਜਿਸ ਤਰ੍ਹਾਂ ਉਸਦੇ ਵੱਡੇ ਵਡੇਰੇ ਜਾਂ ਸੰਸਾਰ ਪੂਜਾ ਕਰ ਰਹੇ ਹੁੰਦੇ ਹਨ ਜਾਂ ਬ੍ਰਹਮ ਦੇ ਸੰਕਲਪ ਦੇ ਬਾਰੇ ਜਾਣਦੇ ਹਨ, ਉਹਨਾਂ ਕੋਲ ਸੰਸਾਰ ਨੂੰ ਵੀ ਬ੍ਰਹਮ ਦੇ ਬਾਰੇ ਗਿਆਨ ਜਿਹੜਾ ਹੁੰਦਾ ਹੈ, ਉਸਦੇ ਮਨ ਦੇ ਵਿੱਚ ਕੋਈ ਵੀ ਇਸ ਤੋਂ ਵੱਡੀ ਜਿਹੜੀ ਹੈ ਉਹ ਧਾਰਨਾ ਜਿਹੜੀ ਹੈ ਉਹ ਨਹੀਂ ਹੁੰਦੀ ਹੈ। ਉਸਦੇ ਕਾਰਨ ਬਹੁਤ ਸਾਰੇ ਹਨ। ਅਗਰ ਇਨਸਾਨ ਨੇ ਆਪਣੀ ਵਿਵੇਕ ਬੁੱਧੀ ਜਿਹੜੀ ਕਾਇਮ ਕਰਨੀ ਹੈ, ਵਿਵੇਕ ਬੁੱਧੀ ਅਤੇ ਵਿਦਵਤਾ ਵਿੱਚ, ਗਿਆਨਵਾਨਤਾ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਅੰਤਰ ਹੈ। ਵਿਵੇਕ ਬੁੱਧੀ ਵਾਲਾ ਇਨਸਾਨ ਸੱਚ ਅਤੇ ਝੂਠਣ ਦੀ ਜਿਹੜੀਆਂ ਅਵਸਥਾਵਾਂ ਹਨ ਉਹਨਾਂ ਨੂੰ ਸਮਝਣ ਲੱਗ ਪੈਂਦਾ ਹੈ। ਸੋ ਉਸ ਦੇ ਵਿੱਚ ਇੱਕ ਗਿਆਨਵਾਨਤਾ ਦੀ, ਵਿਵੇਕ ਬੁੱਧੀ ਦੀ ਅਵਸਥਾ ਜਿਹੜੀ ਹੈ ਉਸਦੀ ਪੈਦਾ ਹੁੰਦੀ ਹੈ। ਉਸ ਇਨਸਾਨ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਸੱਤ ਕੀ ਹੈ, ਸੱਤ ਕੀ ਹੈ। ਸੋ ਅਧਿਆਤਮਵਾਦ ਦੇ ਰਸਤੇ 'ਤੇ ਪੈਣ ਲੱਗਿਆਂ ਉਸ ਨੂੰ ਇਹ ਗੱਲਾਂ ਜਿਹੜੀਆਂ ਉਹ ਸਮਝਣੀਆਂ ਪੈਣੀਆਂ ਹਨ। ਵਿਵੇਕ ਬੁੱਧੀ ਵਾਲਾ ਇਨਸਾਨ ਜਿਹੜਾ ਹੈ ਇਸ ਗੱਲ ਨੂੰ ਸਮਝਣ ਲੱਗ ਪੈਂਦਾ ਹੈ ਕਿ ਸੰਸਾਰ ਨਾਸ਼ਵਾਨ ਹੈ। ਜੋ ਵੀ ਸੰਸਾਰ ਪਰਮਾਤਮਾ ਨੇ ਪੈਦਾ ਕੀਤਾ ਹੈ ਇਹ ਨਾਸ਼ਵਾਨ ਹਨ। ਜੋ ਵੀ ਇਸ ਧਰਤੀ 'ਤੇ ਤੁਸੀਂ ਦੇਖਦੇ ਹੋ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹਨ, ਜੋ ਪਦਾਰਥ ਹਨ, ਇਹਨਾਂ ਸਾਰਿਆਂ ਨੇ ਖਤਮ ਹੋ ਜਾਣਾ ਹੈ। ਸੋ ਜਿਹੜਾ ਵੀ ਇਨਸਾਨ ਇਸ ਧਰਤੀ 'ਤੇ ਆਉਂਦਾ ਹੈ ਉਸਦੀ ਨਾਲ ਹੀ ਜਿਹੜੀ ਹੈ ਉਹ ਉਮਰ ਜਿਹੜੀ ਹੈ, ਉਹ ਜੀਵਨ ਜਿਹੜਾ ਹੈ ਉਹ ਤੈਅ ਹੋ ਜਾਂਦਾ ਹੈ ਕਿ ਇਸ ਨੇ ਕਿੰਨਾ ਚਿਰ ਰਹਿਣਾ। ਜੋ ਤੁਸੀਂ ਦੇਖਦੇ ਹੋ ਕਿ ਆਪਣੇ ਆਲੇ ਦੁਆਲੇ ਕੋਈ ਪੁਰਾਣੀ ਬਿਲਡਿੰਗ ਦੇਖਦੇ ਹੋ, ਉਹ ਕੁਛ ਸਾਲਾਂ ਦੇ ਵਿੱਚ ਜਾਂ ਕੁਛ ਵਰ੍ਹਿਆਂ ਦੇ ਵਿੱਚ ਜਿਹੜੀ ਹੈ ਉਹ ਵੀ
ਖਤਮ ਹੋਣੀ ਜਿਹੜੀ ਸ਼ੁਰੂ ਹੋ ਜਾਂਦੀ ਹੈ। ਸੋ ਵਿਵੇਕ ਬੁੱਧੀ ਵਾਲਾ ਇਨਸਾਨ ਇਹਨਾਂ ਚੀਜ਼ਾਂ ਨੂੰ ਸਮਝਣ ਦੇ ਲਈ ਇੱਕ ਉਹਦੇ ਵਿੱਚ ਅਵਸਥਾ ਜਿਹੜੀ ਹੈ ਆ ਜਾਂਦੀ ਹੈ। ਉਸ ਨੂੰ ਸਮਝਣ ਲੱਗ ਪੈਂਦਾ ਹੈ ਕਿ ਇਹ ਸੰਸਾਰ ਦੇ ਉੱਪਰ ਜਿਹੜੀਆਂ ਚੀਜ਼ਾਂ ਹਨ ਇਹ ਸਾਰੀਆਂ ਬੰਧਨ ਹਨ। ਸੋ ਇਹ ਬੰਧਨ ਜਿਹੜੇ ਹੈ ਉਸ ਨੂੰ ਇੱਕ ਬਹੁਤ ਜੰਜਾਲ ਲੱਗਦੇ ਹਨ। ਸੋ ਉਹ ਇਨਸਾਨ ਚਾਹੁੰਦਾ ਹੈ ਕਿ ਮੈਂ ਇਸ ਤੋਂ ਉੱਪਰ ਜਿਹੜਾ ਉੱਠ ਜਾਵਾਂ, ਉਹਦੇ ਵਿੱਚ ਇੱਕ ਉਪਰਾਮਤਾ ਵਾਲੀ ਅਵਸਥਾ ਜਿਹੜੀ ਹੈ ਉਹ ਪੈਦਾ ਜਿਹੜੀ ਹੋ ਜਾਵੇ ਕਿ ਦੁਨੀਆ ਦੇ ਜੋ ਰੰਗ ਤਮਾਸ਼ੇ ਹਨ, ਜੋ ਦੇਖ ਰਿਹਾ ਹੈ, ਦੁਨਿਆਵੀ ਰਸ ਹਨ, ਇਹ ਸਾਰੇ ਉਸ ਨੂੰ ਤੁੱਛ ਲੱਗਣ ਲੱਗ ਪੈਂਦੇ ਹਨ। ਕਿਉਂਕਿ ਇਹ ਦੁਨਿਆਵੀ ਰਸ ਜਿਹੜੇ ਹਨ ਇਹ ਕੁਛ ਜਿਹੜੇ ਉਹ ਚੰਗੇ ਲੱਗਦੇ ਹਨ। ਉਸ ਨੂੰ ਇਹ ਸਮਝਣ ਦੀ ਜਿਹੜੀ ਹੈ ਇਹ ਬੁੱਧੀ ਆ ਜਾਂਦੀ ਹੈ। ਇਹ ਸੱਚ ਉਸ ਨੂੰ ਜਿਹੜਾ ਹੈ ਉਹਨੂੰ ਟਕੋਰਨਾ ਸ਼ੁਰੂ ਕਰ ਦਿੰਦਾ ਹੈ ਕਿ ਜੋ ਇਨਸਾਨ ਬੜੀਆਂ ਡਿਗਰੀਆਂ ਲੈ ਕੇ ਨਾਮ ਨਾਲ ਖੜਦਾ ਹੈ, ਇਨਾਮ ਉਸ ਨੂੰ ਮਿਲਦੇ ਹਨ, ਸਨਮਾਨ ਉਸ ਨੂੰ ਮਿਲਦੇ ਹਨ, ਇਹ ਸਾਰੇ ਜਿਹੜੇ ਉਹ ਖਤਮ ਹੋ ਜਾਣੇ ਹਨ। ਇਹ ਸਾਰੇ ਜਿਹੜੀਆਂ ਤਾਂਘਾਂ ਹਨ ਇਹਨਾਂ ਚੀਜ਼ਾਂ ਦੇ ਲਈ, ਨਾਮ ਨਾਲ ਖੱਟਣ ਦੇ ਲਈ, ਇਹ ਸਾਰੀਆਂ ਜਿਹੜੀਆਂ ਹਨ ਖਤਮ ਹੋ ਜਾਣੀਆਂ ਹਨ, ਫਜ਼ੂਲ ਲੱਗਦੀਆਂ ਹਨ। ਇਨਸਾਨ ਬਹੁਤ ਸਾਰੇ ਬੜੇ ਵਧੀਆ ਜਿਹੜੇ ਖਾਣ ਪੀਣ ਦੇ ਪਕਵਾਨ ਜਿਹੜੇ ਖਾਂਦਾ ਹੈ, ਜਸ਼ਨ ਕਰਦਾ ਹੈ, ਬਹੁਤ ਸਾਰੇ ਵਧੀਆ ਜਿਹੜੇ ਹਨ ਵਸਤਰ ਜਿਹੜੇ ਉਹ ਪਹਿਨਦਾ ਹੈ। ਸੋ ਵਸਤਰ ਪਹਿਨ ਕੇ ਬਹੁਤ ਸਾਰੀਆਂ ਜਿਹੜੀਆਂ ਪਾਰਟੀਆਂ 'ਤੇ ਜਾਂਦਾ ਹੈ। ਇਹ ਸਾਰੇ ਇਨਸਾਨ ਅਰਥਹੀਣ ਹਨ, ਬੇਫਾਇਦਾ ਹਨ। ਇਹਨਾਂ ਦਾ ਇਨਸਾਨ ਦੀ ਵਿਵੇਕ ਬੁੱਧੀ ਦੇ ਨਾਲ ਕੋਈ ਵੀ ਅੰਤਰ ਨਹੀਂ ਹੈ। ਸੋ ਜਿਸ ਇਨਸਾਨ ਅੰਦਰ ਵਿਰਾਗ ਦੀ ਜਿਹੜੀ ਅਵਸਥਾ ਹੈ, ਵਿਵੇਕ ਬੁੱਧੀ ਦੀ ਜਿਹੜੀ ਅਵਸਥਾ ਹੈ, ਉਹ ਜਦੋਂ ਪਾਤ ਪੈਦਾ ਹੁੰਦੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਉਸ ਨੂੰ ਬੇਮਾਇਨਾ ਲੱਗਦੀਆਂ ਹਨ। ਉਸ ਇਨਸਾਨ ਦੀ ਮਾਨਸਿਕਤਾ ਦੇ ਵਿੱਚ ਬੜੀ ਜ਼ਬਰਦਸਤ ਜਿਹੜੀ ਹੈ ਤਬਦੀਲੀ ਜਿਹੜੀ ਹੈ ਉਹ ਆ ਜਾਂਦੀ ਹੈ। ਕਿਉਂਕਿ ਉਸ ਨੂੰ ਇਹ ਗੱਲ ਦਾ ਸਮਝ ਜਿਹੜਾ ਉਹਦੇ ਅੰਦਰ ਪੈਦਾ ਹੋ ਜਾਂਦੀ ਹੈ ਕਿ ਇਨਸਾਨ ਜਿਹੜਾ ਜਦੋਂ ਬੱਚਾ ਹੁੰਦਾ ਹੈ ਤਾਂ ਉਹਦੇ ਵਿੱਚ ਬਚਪਨ ਤੋਂ ਲੈ ਕੇ ਬੁਢਾਪੇ ਦੇ ਤੱਕ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਆਉਂਦੀਆਂ ਹਨ, ਅਵਸਥਾਵਾਂ ਜਿਹੜੀਆਂ ਆਉਂਦੀਆਂ ਹਨ, ਉਸਦੀ ਦੇਹ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਹਨ। ਸੋ ਇਹ ਦੇਹ ਦੀਆਂ ਤਬਦੀਲੀਆਂ ਹੀ ਸਾਰਾ ਉਹ ਮਾਨ ਦੀ ਅਵਸਥਾ ਜਿਹੜੀ ਉਹ ਪੈਦਾ ਕਰਦੀਆਂ ਹਨ। ਇਹ ਦੇਹ ਦੇ ਨਾਲ ਜਿਹੜਾ ਪਿਆਰ ਹੈ, ਗਰਭ ਦੀ ਅਵਸਥਾ ਜਿਹੜੀ ਹੈ ਉਹ ਪੈਦਾ ਕਰਦੀਆਂ ਹਨ ਕਿ ਬੱਚਾ ਜਦੋਂ ਜਵਾਨ ਹੁੰਦਾ ਹੈ ਤਾਂ ਬਹੁਤ ਜਿਹੜਾ ਸੁੰਦਰ ਹੁੰਦਾ ਹੈ, ਤਾਂ ਉਸ ਨੂੰ ਆਪਣੀ ਸੁੰਦਰਤਾ ਦੇ ਨਾਲ ਜਿਹੜਾ ਪਿਆਰ ਹੋ ਜਾਂਦਾ ਹੈ ਕਿ ਇਸ ਸੰਸਾਰ ਦੇ ਵਿੱਚ ਉਸ ਤੋਂ ਵੱਧ ਸੁੰਦਰ ਜਿਹੜਾ ਹੈ ਉਹ ਕੋਈ ਵੀ ਨਹੀਂ ਹੈ। ਉਸਦਾ ਬਹੁਤ ਸੋਹਣਾ ਕੱਦ ਕਾਠ ਜਿਹੜਾ ਨਿਕਲ ਆਉਂਦਾ ਹੈ ਤਾਂ ਉਸ ਨੂੰ ਇਸ ਚੀਜ਼ ਦਾ ਵੀ ਮਾਣ ਹੋ ਜਾਂਦਾ ਹੈ ਕਿ ਮੇਰਾ ਕੱਦ ਬਹੁਤ ਲੰਬਾ ਹੈ। ਇੱਕ ਮਾਣ ਦੀਆਂ ਜਿਹੜੀਆਂ ਆਪਣੇ ਅੰਦਰ ਅਵਸਥਾਵਾਂ ਜਿਹੜੀਆਂ ਪੈਦਾ ਹੋ ਜਾਂਦੀਆਂ ਹਨ। ਸੋ ਜਵਾਨੀ ਦੇ ਵਿੱਚ ਜਿਹੜਾ ਹੈ ਉਹ ਬਹੁਤ ਸ਼ਕਤੀਮਾਨ ਹੋ ਜਾਂਦਾ ਹੈ ਕਿ ਉਹ ਇੰਨਾ ਬਲਵਾਨ ਹੈ ਕਿ ਉਸ ਨੂੰ ਕੋਈ ਵੀ ਜਿਹੜਾ ਹੈ ਉਹ ਢੇਰੀ ਨਹੀਂ ਕਰ ਸਕਦਾ ਹੈ, ਉਸ ਨੂੰ ਹਰਾ ਨਹੀਂ ਸਕਦਾ ਹੈ। ਸੋ ਇਹ ਗਰਭ ਅਵਸਥਾ ਦੀਆਂ ਜਿਹੜੀਆਂ ਹਨ ਉਹ ਅਵਸਥਾਵਾਂ ਹਨ ਜਿਸ ਦੇ ਨਾਲ ਉਹ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਵਧੀਆ ਸਮਝਣ ਦੀ ਜਿਹੜੀ ਹੈ ਮਾਨਸਿਕਤਾ ਉਸ ਵਿੱਚ ਪੈਦਾ ਹੋ ਜਾਂਦੀ ਹੈ। ਉਸ ਨੂੰ ਇਹ ਗੱਲ ਦੀ ਜਿਹੜੀ ਉਹ ਸਮਝ ਨਹੀਂ ਹੁੰਦੀ ਕਿ ਸਰੀਰ ਜਿਹੜਾ ਹੈ ਅਸਲ ਦੇ ਵਿੱਚ ਜਿਹੜਾ ਹੈ ਮਾਸ ਅਤੇ ਹੱਡੀਆਂ ਤੋਂ ਬਣਿਆ ਹੈ। ਸੋ ਇਹ ਕੁਛ ਸਮੇਂ ਤੋਂ ਬਾਅਦ ਜਿਹੜਾ ਹੈ ਇਹ ਢੇਰੀ ਜਿਹੜਾ ਹੋ ਜਾਣਾ ਹੈ। ਸੋ ਇਹ ਇਸ ਚੀਜ਼ ਦਾ ਮਾਨ ਕੀ ਹੈ? ਇਹ ਮਾਨ ਸਿਰਫ ਜਿਹੜਾ ਹੈ ਇਹ ਬਹੁਤ ਗਲਤ ਹੈ। ਇਹ ਹੰਕਾਰ ਬਹੁਤ ਗਲਤ ਹੈ ਕਿਉਂਕਿ ਉਸ ਨੇ ਕੁਝ ਸਮੇਂ ਤੋਂ ਬਾਅਦ ਜਿਹੜਾ ਹੈ ਇਹ ਛਿਨ ਹੋ ਜਾਣਾ ਹੈ, ਵਿਣਸ ਜਾਣਾ ਹੈ। ਉਸਦੀ ਕੁਝ ਸਮੇਂ ਤੋਂ ਬਾਅਦ ਜਿਹੜੀ ਸੁੰਦਰਤਾ ਹੈ ਉਹ ਵੀ ਜਿਹੜੀ ਹੈ ਉਹ ਬੁਢਾਪੇ ਦੇ ਵਿੱਚ ਜਿਹੜੀ ਹੈ ਤਬਦੀਲ ਹੋ ਜਾਣੀ ਹੈ। ਇਹ ਜਵਾਨੀ ਨੂੰ ਜਿਹੜੀ ਚਲਾਇਮਾਨ ਹੈ ਵੀ ਖਤਮ ਹੋ ਜਾਣੀ ਹੈ। ਇਨਸਾਨ ਦੇ ਅੰਦਰ ਜਿਹੜੀ ਸ਼ਕਤੀ ਹੈ ਉਹ ਵੀ ਖਤਮ ਹੋ ਜਾਣੀ ਹੈ। ਸੋ ਉਸ ਨੂੰ ਇਸ ਗੱਲ ਦੀ ਜਿਹੜੀ ਹੈ ਵਿਵੇਕ ਬੁੱਧੀ ਇਨਸਾਨ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਇਨਸਾਨ
ਪੰਜਾਂ ਤੱਤਾਂ ਦੇ ਵਿੱਚ ਉਪਜਿਆ ਹੈ, ਉਸ ਦੇ ਵਿੱਚ ਜਿਹੜੇ ਪੰਜ ਤੱਤ ਜਿਹੜੇ ਲੱਗੇ ਹਨ, ਉਸ ਨੇ ਆਖਰ ਜਿਹੜਾ ਹੈ ਇਹ ਪੰਜ ਤੱਤ ਜਿਹੜੇ ਹਨ ਇਹ ਪੰਜਾਂ ਤੱਤਾਂ ਦੇ ਵਿੱਚ ਵਿਲੀਨ ਜਿਹੜੇ ਹੋ ਜਾਣੇ ਹਨ। ਸੋ ਵਿਵੇਕ ਬੁੱਧੀ ਇਨਸਾਨ ਦੇ ਵਿੱਚ ਗਿਆਨ ਦੀ ਅਵਸਥਾ ਜਿਹੜੀ ਪੈਦਾ ਹੋ ਜਾਂਦੀ ਹੈ, ਉਸ ਦੇ ਅੰਦਰ ਇੱਕ ਜਿਹੜੀ ਹੈ ਸੱਚ ਦੀ ਅਵਸਥਾ ਜਿਹੜੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਉਸ ਨੇ ਕੁਦਰਤ ਦੇ ਵਿੱਚੋਂ ਜਿਹੜਾ ਹੈ ਉਹ ਜਨਮ ਲਿਆ ਅਤੇ ਕੁਦਰਤ ਦੇ ਵਿੱਚ ਹੀ ਉਸ ਨੇ ਖਤਮ ਜਿਹੜਾ ਹੈ ਉਹ ਹੋ ਜਾਣਾ ਹੈ। ਇਹ ਇਨਸਾਨ ਤੈਨੂੰ ਇਸ ਗੱਲ ਦੀ ਬਿਲਕੁਲ ਸੋਝੀ ਨਹੀਂ ਹੈ ਕਿ ਇਸ ਧਰਤੀ ਦੇ ਉੱਪਰ ਜੋ ਵੀ ਇਨਸਾਨ ਪ੍ਰਭੂ ਦੀ ਮਰਜ਼ੀ ਦੇ ਅਨੁਸਾਰ ਪੈਦਾ ਹੋਇਆ ਹੈ ਉਹ ਮਰਨ ਲਿਖਾ ਕੇ ਜਿਹੜਾ ਆਇਆ ਹੈ। ਇਹ ਮੰਡਲ ਦੇ ਵਿੱਚ ਇਨਸਾਨ ਜਿਹੜਾ ਆਇਆ ਹੈ ਉਹ ਮਰਨ ਜਿਹੜਾ ਹੈ ਉਹ ਲਿਖਾ ਕੇ ਆਇਆ ਹੈ। ਮਰਨ ਲਿਖਾਏ ਮੰਡਲ ਮਹਿ ਆਏ। ਸੋ ਇਨਸਾਨ ਨੂੰ ਜਿਹੜੀ ਬਰਾਗ ਜਿਹੜੀ ਅਵਸਥਾ ਹੈ, ਵਿਵੇਕ ਬੁੱਧੀ ਹੈ, ਉਸ ਵਿੱਚ ਪੈਦਾ ਹੋਣ ਦੇ ਲਈ ਜਿਹੜੀ ਮੌਤ ਜਿਹੜੀ ਹੈ ਕਾਫੀ ਤੌਰ 'ਤੇ ਜ਼ਿੰਮੇਵਾਰ ਜਿਹੜੀ ਸਿੱਧ ਹੋ ਸਕਦੀ ਹੈ। ਇਨਸਾਨ ਦਾ ਸਰੀਰ ਜਿਹੜਾ ਵਿਦਸ ਜਾਣਾ ਹੈ, ਉਸਨੇ ਸਭ ਕੁਝ ਇੱਥੇ ਛੱਡ ਕੇ ਚਲੇ ਜਾਣਾ ਹੈ। ਉਹ ਇੱਕ ਸਮਝਣ ਵਾਲੀ ਜਿਹੜੀ ਅਵਸਥਾ ਹੈ, ਇਸ ਅਵਸਥਾ ਨੂੰ ਸਮਝਣ ਦੇ ਨਾਲ ਜਿਹੜੀ ਹੈ ਅਬਰਾਗ ਵਾਲੀ ਅਵਸਥਾ ਜਿਹੜੀ ਹੈ ਉਹ ਪੈਦਾ ਹੋ ਸਕਦੀ ਹੈ। ਇਨਸਾਨ ਦੇ ਅੰਦਰ ਜਾਗਣ ਵਾਲੀ ਜਿਹੜੀ ਅਵਸਥਾ ਜਿਹੜੀ ਹੈ ਉਹ ਪੈਦਾ ਹੋ ਸਕਦੀ ਹੈ। ਉਹ ਇਨਸਾਨ ਜਦੋਂ ਸ਼ਮਸ਼ਾਨ ਘਾਟ ਵੱਲ ਜਾਂਦਾ ਹੈ, ਦੂਸਰੇ ਦੀ ਅਰਥੀ ਦੇ ਮਗਰ ਜਾਂਦਾ ਹੈ, ਤਾਂ ਉਸ ਦੇ ਅੰਦਰ ਇੱਕ ਥੋੜ੍ਹੀ ਸਮੇਂ ਦੇ ਲਈ ਵਿਰਾਗ ਜਿਹੜੀ ਅਵਸਥਾ ਜਿਹੜੀ ਉਹ ਪੈਦਾ ਹੁੰਦੀ ਹੈ। ਥੋੜ੍ਹੇ ਸਮੇਂ ਲਈ ਉਹਦੇ ਅੰਦਰ ਬੁੱਧੀ ਜਿਹੜੀ ਹੈ ਉਹ ਪੈਦਾ ਹੁੰਦੀ ਹੈ ਕਿ ਮੌਤ ਜਿਹੜੀ ਯਕੀਨੀ ਹੈ, ਮੌਤ ਜਿਹੜੀ ਹੈ ਬਿਲਕੁਲ ਨਿਸ਼ਚਿਤ ਹੈ। ਕੋਈ ਵੀ ਚੀਜ਼ ਇਸ ਧਰਤੀ ਦੇ ਉੱਪਰ ਅਨਿਸ਼ਚਿਤ ਜਿਹੜੀ ਨਹੀਂ ਹੈ। ਇਸ ਲਈ ਜਿਹੜਾ ਹੈ ਉਹ ਵਾਪਰਨਾ ਹੈ, ਉਹ ਹੁਣ ਵੀ ਵਾਪਰ ਸਕਦੀ ਹੈ, 10 ਸਾਲ ਬਾਅਦ ਵੀ ਵਾਪਰ ਸਕਦੀ ਹੈ, 20, 30, 40, 50 ਸਾਲ ਬਾਅਦ ਵੀ ਜਿਹੜੀ ਹੈ ਉਹ ਵਾਪਰ ਸਕਦੀ ਹੈ। ਇਨਸਾਨ ਦੇ ਅੰਦਰ ਜਿਹੜੀ ਵਿਰਾਗ ਅਵਸਥਾ ਪੈਦਾ ਹੋਣ ਦੇ ਵਿੱਚ ਜਿਹੜੀਆਂ ਹਨ, ਇਹ ਜਿਹੜੀਆਂ ਧਰਤੀ ਦੇ ਉੱਪਰ ਅਵਸਥਾਵਾਂ ਹਨ, ਇਹ ਵੀ ਜ਼ਿੰਮੇਵਾਰ ਜਿਹੜੀਆਂ ਉਹ ਹੋ ਸਕਦੀਆਂ ਹਨ ਕਿ ਅਸੀਂ ਇਸ ਧਰਤੀ ਦੇ ਉੱਪਰ ਜਿਹੜਾ ਪੈਦਾ ਹੋਏ ਹਾਂ, ਇਸ ਧਰਤੀ ਦੇ ਉੱਪਰ ਸਦਾ ਨਹੀਂ ਰਹਿਣਾ ਹੈ। ਇਸ ਕਰਕੇ ਪਰਮਾਤਮਾ ਨੇ ਇਹ ਜਿਹੜੀ ਸਾਡੀ ਅਵਸਥਾ ਹੈ, ਇਹ ਸਾਡੀ ਜਿਹੜੀ ਹੈ ਇਸ ਨੂੰ ਪ੍ਰੀ ਜਿਹੜਾ ਲਿਖ ਕੇ ਜਿਹੜਾ ਭੇਜਿਆ ਹੈ, ਪਹਿਲਾਂ ਲਿਖ ਕੇ ਜਿਹੜਾ ਹੈ ਉਹ ਭੇਜਿਆ ਹੋਇਆ ਹੈ। ਇਸ ਸੰਬੰਧ ਦੇ ਵਿੱਚ ਜਿਹੜਾ ਹੈ ਉਹ ਬਾਬਾ ਫਰੀਦ ਜੀ ਜਿਹੜੇ ਹਨ ਉਹ ਫਰਮਾਉਂਦੇ ਹਨ ਕਿ ਜਿਤ ਦਿਹਾੜੇ ਧਨ ਵਾਰੀ ਸਾਹੇ ਲਹੇ ਲਿਖਾਏ, ਮਾਲਕ ਦੇ ਕੰਨੀ ਸੁਣੀਦਾ ਮੂੰਹ ਦਿਖਾ ਲੈ ਆਏ, ਜਿੰਦ ਨ ਮਾਣੀ ਕੱਢੀਏ ਹੱਡਾ ਖੂੰਕੜ ਕਾਏ, ਸਾਹੇ ਲਿਖੇ ਨ ਚੱਲਣੀ ਜਿੰਦੂ ਕੋ ਸਮਝਾਏ, ਜਿੰਦ ਵੋਟੀ ਮਰਨ ਵਾਲਾ ਜਾਸੀ ਫੁਰਨਾਏ। ਸੋ ਇਹ ਜਿਹੜੇ ਵਿਚਾਰ ਹਨ ਇਨਸਾਨ ਦੇ ਅੰਦਰ ਜਦੋਂ ਪੈਦਾ ਹੋ ਜਾਂਦੇ ਹਨ ਤਾਂ ਵਿਰਾਗ ਅਵਸਥਾ ਜਿਹੜੀ ਹੈ ਉਸਦੇ ਅੰਦਰ ਪੈਦਾ ਹੋ ਸਕਦੀ ਹੈ। ਸੋ ਇਹ ਜਿਹੜੇ ਜੋ ਵੀ ਤੁਸੀਂ ਦੇਖਦੇ ਹਨ, ਮਾਤਾ ਪਿਤਾ ਇਹ ਜਿਹੜੇ ਸਭ ਜਿਹੜੇ ਚਲੇ ਜਾਣੇ ਹਨ। ਉਸ ਸੰਬੰਧ ਵਿੱਚ ਫਿਰ ਬਾਬਾ ਫਰੀਦ ਜੀ ਜਿਹੜੇ ਹਨ ਉਹ ਫਰਮਾਉਂਦੇ ਹਨ ਕਿ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿਨੀ ਤੂੰ ਦਲਿਓ, ਤੈ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤਲੀਓ। ਇਹ ਇਨਸਾਨ ਜਿਹੜੇ ਤੇਰੇ ਮਾਤਾ ਪਿਤਾ ਹਨ ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ ਹੈ ਉਹ ਵੀ ਸਾਰੇ ਚਲੇ ਗਏ ਹਨ। ਤਾਂ ਇਨਸਾਨ ਤੇਰੇ ਅੰਦਰ ਜਿਹੜੀ ਹੈ ਉਹ ਕਦੋਂ ਜਿਹੜੀ ਅਵਸਥਾ ਜਿਹੜੀ ਪੈਦਾ ਹੋਏਗੀ ਇਹ ਆਪਣੇ ਪਤੀ ਪਰਮੇਸ਼ਰ ਨੂੰ ਜਿਹੜਾ ਹੈ ਉਹ ਜਾਣ ਲਏਗਾ। ਸੋ ਇਹ ਜਿਹੜੀ ਬੁਢੇਪੇ ਦੀ ਜਿਹੜੀ ਅਵਸਥਾ ਹੈ ਇਨਸਾਨ ਦੇ ਅੰਦਰ ਜਿਹੜੀ ਜਦੋਂ ਪੈਦਾ ਹੁੰਦੀ ਹੈ ਤਾਂ ਇਨਸਾਨ ਦੇ ਨੂੰ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਉਹਦੇ ਅੰਦਰ ਆਉਂਦੀਆਂ ਹਨ। ਪਰਮਾਤਮਾ ਨੂੰ ਬਹੁਤ ਸਾਰੇ ਸੁਨੇਹੇ ਜਿਹੜੇ ਭੇਜਦਾ ਹੈ ਕਿ ਉਸਦੀਆਂ ਜਿਹੜਾ ਹੈ ਅੱਖਾਂ ਹਨ ਕਮਜ਼ੋਰ ਹੋ ਗਈਆਂ ਹਨ, ਉਸ ਨੂੰ ਦਿਸਣੋਂ ਜਿਹੜਾ ਉਹ ਘੱਟ ਗਿਆ ਹੈ ਜਾਂ ਦਿਸ ਨਹੀਂ ਰਿਹਾ ਹੈ, ਕੰਨਾਂ ਤੋਂ ਉਸ ਨੂੰ ਸੁਣਾਈ ਨਹੀਂ ਦੇ ਰਿਹਾ ਹੈ,
ਹੁਣ ਜਿਹੜੇ ਦੁਨੀਆ ਦੇ ਰੰਗ ਰਾਗ ਤਮਾਸ਼ੇ ਜਿਹੜੇ ਹਨ ਉਸ ਨੂੰ ਸੁਣਾਈ ਨਹੀਂ ਦੇ ਰਹੇ ਹਨ। ਇਨਸਾਨ ਦੇ ਦੰਦ ਜਿਹੜੇ ਹਨ ਉਹ ਵੀ ਜਵਾਬ ਦੇ ਰਹੇ ਹਨ। ਹੌਲੀ ਹੌਲੀ ਦੰਦ ਵੀ ਇਨਸਾਨ ਦੇ ਬਾਹਰ ਨਿਕਲ ਰਹੇ ਹਨ। ਸੋ ਜਿਹੜੇ ਇਨਸਾਨ ਆਪਣੇ ਇਹਨਾਂ ਅੰਗਾਂ ਦੇ ਉੱਪਰ ਜਿਹੜਾ ਉਹ ਮਾਣ ਕਰਦਾ ਸੀ, ਆਪਣੇ ਸਰੀਰ ਦੇ ਉੱਪਰ ਬਹੁਤ ਸਾਰਾ ਮਾਣ ਕਰਦਾ ਸੀ, ਸਰੀਰ ਵੀ ਉਸ ਨੂੰ ਛੱਡ ਜਾਂਦਾ ਲੱਗਦਾ ਪ੍ਰਤੀਤ ਹੁੰਦਾ ਹੈ। ਅੰਗ ਵੀ ਜਿਨ੍ਹਾਂ 'ਤੇ ਉਹ ਮਾਣ ਕਰਦਾ ਸੀ ਉਹ ਕਰਮ ਛੱਡਦੇ ਜਾਪਦੇ ਹਨ, ਕਿਉਂਕਿ ਇਹ ਜਿਹੜੀਆਂ ਅਵਸਥਾਵਾਂ ਹਨ ਇਨਸਾਨ ਨੂੰ ਇਹ ਦੱਸ ਰਹੀਆਂ ਹਨ ਕਿ ਹੇ ਇਨਸਾਨ ਤੂੰ ਇੱਥੋਂ ਚਲੇ ਜਾਣਾ ਹੈ। ਸੋ ਇਹ ਸਮਾਂ ਜਿਹੜਾ ਹੈ ਇਹ ਤੇਰੇ ਹੱਥ ਨਹੀਂ ਆਉਣਾ। ਹੇ ਇਨਸਾਨ, ਜੋ ਤੇਰੇ ਅੰਦਰ ਰੋਗ ਲੱਗ ਗਏ ਹਨ, ਜੋ ਤੇਰੇ ਅੰਦਰ ਸੋਗ ਲੱਗ ਗਏ ਹਨ, ਇਹ ਤੈਨੂੰ ਬਹੁਤ ਦੁੱਖ ਦੇਣਗੇ। ਇਸ ਸੰਸਾਰ ਦੇ ਉੱਪਰ ਹਰ ਚੀਜ਼ ਜਿਸ ਨੇ ਨਾਲ ਦੇ ਤੋਂ ਲਗਾਅ ਪੈਦਾ ਕੀਤਾ ਹੈ ਇਹ ਤੈਨੂੰ ਸਦਾ ਸਦਾ ਇਹ ਡਰਾਉਣਗੇ। ਸੋ ਇਹ ਸਾਰੀਆਂ ਜਿਹੜੀਆਂ ਅਵਸਥਾਵਾਂ ਹਨ ਇਨਸਾਨ ਨੂੰ ਜਿਹੜਾ ਹੈ ਉਹ ਵਿਰਾਗਮਾਨ ਹੋਣ ਦੇ ਵਿੱਚ ਜਿਹੜੀਆਂ ਉਹ ਵਾਸਤਵ ਪੈਦਾ ਹੁੰਦੀਆਂ ਹਨ। ਸੋ ਇਹਨਾਂ ਅਵਸਥਾਵਾਂ ਨੂੰ ਸਮਝਣ ਤੋਂ ਬਾਅਦ ਇਨਸਾਨ ਸੱਚ ਦੇ ਰਸਤੇ ਤੁਰਨ ਦੇ ਲਈ ਜਿਹੜਾ ਹੈ ਉਹ ਪਿਆਰ ਜਿਹੜਾ ਹੈ ਉਹ ਹੋ ਜਾਂਦਾ ਹੈ। ਆਪਣੇ ਮਨ ਨੂੰ ਜਿਹੜਾ ਹੈ ਉਹ ਸਮਝਾਉਣ ਜਿਹੜਾ ਹੈ ਉਹ ਲੱਗਦਾ ਹੈ, ਕਿਉਂਕਿ ਜਿੰਨਾ ਚਿਰ ਆਪਾਂ ਇਸ ਸੰਸਾਰ ਦੇ ਰੰਗ ਤਮਾਸ਼ਿਆਂ ਦੇ ਵਿੱਚ ਗ੍ਰਸਤ ਰਹਾਂਗੇ ਸੋ ਅਸੀਂ ਇਹ ਪਰਮਾਤਮਾ ਦੇ ਸੱਚ ਨੂੰ ਜਾਣਨ ਦੇ ਯੋਗ ਨਹੀਂ ਹੋ ਸਕਦੇ ਹੈ। ਕਿਉਂਕਿ ਇਸੇ ਤਰ੍ਹਾਂ ਹੀ ਬਾਬਾ ਫਰੀਦ ਜੀ ਨੇ ਕਿਹਾ ਹੈ ਕਿ ਫਰੀਦਾ ਇੰਨੀ ਨਿੱਕੀ ਜੰਗੀ ਥਲ ਡੂੰਗਰ ਪਿਆਮ ਅਜੇ ਫਰੀਜਾ ਉਜੜਾ ਸੋ ਕੋਹਾਂ ਕੀ ਓਮ। ਸੋ ਇਹ ਜਿਹੜੀਆਂ ਅਵਸਥਾਵਾਂ ਹਨ ਇਹ ਸਾਡੇ ਜਿੰਨੇ ਵੀ ਸੰਤ ਹਨ ਇਸ ਚੀਜ਼ ਦੇ ਵੱਲ ਜਿਹੜਾ ਇਸ਼ਾਰਾ ਕਰ ਰਹੇ ਹਨ ਕਿ ਇਨਸਾਨ ਨੇ ਜਿਹੜਾ ਹੈ ਕੁਝ ਸਮੇਂ ਤੋਂ ਬਾਅਦ ਜਿਹੜਾ ਹੈ ਉਹ ਚਲੇ ਜਾਣਾ ਹੈ। ਕਿ ਚੱਬਣ ਚੜਨ ਰਤਨ ਸੇ ਸੁਨੀਰ ਬਹਿ ਗਏ, ਚੇਤੇ ਮੁੱਤੀ ਧਾ ਸੇ ਜਾਨੀ ਚਲ ਗਏ। ਇਹ ਸੰਸਾਰ ਜਿਹੜਾ ਹੈ ਧੂਏ ਦਾ ਬੱਦਲ ਹੈ। ਇਸ ਨੇ ਜਿਹੜਾ ਹੈ ਇਸ ਇਨਸਾਨ ਜਿਹੜਾ ਹੈ ਆਪਣੇ ਆਪ ਨੂੰ ਜਿਹੜਾ ਉਹ ਦੇਖ ਨਹੀਂ ਰਿਹਾ, ਇਹ ਅਵਸਥਾਵਾਂ ਨੂੰ ਜਿਹੜਾ ਇਨਸਾਨ ਦੇਖ ਨਹੀਂ ਰਿਹਾ। ਇਹ ਜਗ ਧੂਏ ਕਾ ਪਹਾੜ, ਇਹ ਜਗ ਜਿਹੜਾ ਹੈ ਧੂੰ ਦਾ ਜਿਹੜਾ ਹੈ ਪਹਾੜ ਹੈ, ਇਹ ਚਲਾਏਮਾਨ ਹੈ। ਇਹ ਇਨਸਾਨ ਆਪਣੇ ਆਪ ਨੂੰ ਵਿਚਾਰ ਕੇ ਦੇਖ ਕਿ ਇਹ ਜਿਹੜਾ ਹੈ ਇਸ ਨੇ ਜਿਹੜਾ ਹੈ ਖਤਮ ਹੋ ਜਾਣਾ ਹੈ। ਤੈ ਸਾਚਾ ਮਾਨਿਆ ਕਿਹ ਵਿਚਾਰ, ਇਹ ਇਨਸਾਨ ਇਸ ਅਵਸਥਾਵਾਂ ਨੂੰ ਉਹ ਵਿਚਾਰ ਕੇ ਜਿਹੜਾ ਦੇਖ ਜਿਹੜਾ ਹੈ ਕਿ ਇਨਸਾਨ ਨੂੰ ਇਹ ਗੱਲ ਜਿਹੜੀ ਸਮਝ ਆ ਜਾਂਦੀ ਹੈ ਜੋ ਜਿਉਂ ਉਹਦੀ ਉਮਰ ਜਿਹੜੀ ਅੱਗੇ ਵੱਧਦੀ ਹੈ ਉਹਦੇ ਅੰਦਰ ਇਹ ਅਵਸਥਾ ਜਿਹੜੀ ਜਾਗਦੀ ਹੈ, ਉਹਦੇ ਅੰਦਰ ਇਹ ਥੋੜ੍ਹਾ ਥੋੜ੍ਹਾ ਜਿਹੜਾ ਹੈ ਚਾਨਣ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਜਿਹੜੀ ਸਾਰੀ ਉਮਰ ਜਿਹੜੀ ਪਿਛਲੀ ਹੈ ਉਸ ਨੂੰ ਜੀਵਿਆ ਹੈ। ਇਹ ਸਾਲ ਮੈਂ ਧੂਏ ਦੇ ਪਹਾੜ ਦੇ ਵਿੱਚ ਜੀਵਿਆ ਹੈ। ਇਹ ਜਿਹੜੀਆਂ ਅਵਸਥਾਵਾਂ ਹਨ ਇਸ ਨੂੰ ਚੰਗੀ ਅਵਸਥਾਵਾਂ ਦੇ ਵਿੱਚ ਨਹੀਂ ਲਗਾਇਆ ਹੈ। ਸੋ ਕਈ ਇਨਸਾਨਾਂ ਦੀ ਜਿਹੜੀ ਸਾਰੀ ਉਮਰ ਜਿਹੜੀ ਹੈ ਬਿਲਕੁਲ ਇਸ ਤਰ੍ਹਾਂ ਹੀ ਵਰਥ ਜਿਹੜੀ ਲੱਗ ਜਾਂਦੀ ਹੈ ਅਤੇ ਸਾਰੀ ਉਮਰ ਹੀ ਜਿਹੜੇ ਹੀ ਉਹ ਆਪਣੇ ਆਪ ਨੂੰ ਮਾਇਆ ਦੇ ਵਿੱਚ ਗ੍ਰਸਤ ਲਗਾ ਦਿੰਦੇ ਹਨ। ਸੋ ਕਈ ਵਾਰੀ ਤੁਸੀਂ ਦੇਖਦੇ ਹੋ ਕਿ ਜਿਹੜਾ ਹੈ ਮਾਂ ਪਿਓ ਆਪਣੇ ਬੱਚੇ ਦਾ ਜਨਮ ਦਿਨ ਜਿਹੜਾ ਹੈ ਉਹ ਮਨਾਉਂਦੇ ਹਨ। ਇਸ ਗੱਲ ਦਾ ਪਤਾ ਤਾਂ ਹੁੰਦਾ ਹੈ ਕਿ ਇਨਸਾਨ ਦੀ ਉਮਰ ਜਿਹੜੀ ਹੈ ਵੱਡੀ ਵੱਡੀ ਹੁੰਦੀ ਜਾ ਰਹੀ ਹੈ। ਉਹਦੀ ਜਿਹੜੀ ਮੰਨ ਲਓ ਕਿ ਇਨਸਾਨ ਦੀ 100 ਸਾਲ ਦੀ ਉਮਰ ਹੈ, 20 25 30 ਸਾਲ ਦਾ ਹੋ ਗਿਆ, ਉਹਦੀ ਉਮਰ ਦੇ ਵਿੱਚੋਂ 30 ਸਾਲ ਜਿਹੜੇ ਘੱਟ ਜਾਂਦੇ ਹਨ। ਇਨਸਾਨ ਦੀ ਆਯੂ ਜਿਹੜੀ ਹੈ ਉਮਰ ਜਿਹੜੀ ਉਹ ਘੱਟਦੀ ਜਿਹੜੀ ਜਾ ਰਹੀ ਹੈ। ਇਸ ਸੰਬੰਧ ਵਿੱਚ ਬਾਬਾ ਫਰੀਦ ਜੀ ਭਗਤ ਕਬੀਰ ਜੀ ਫਰਮਾ ਰਹੇ ਹਨ ਕਿ ਜਾਣੀ ਜਾਣਤ ਸੁੱਤ ਬੜਾ ਹੋਤ ਹੈ ਇਤਨਾ ਕੁ, ਕਿ ਮਾਤਾ ਨੂੰ ਜਿਹੜਾ ਪਤਾ ਲੱਗ ਜਾਂਦਾ ਹੈ, ਪਤਾ ਹੈ ਕਿ ਉਹਦਾ ਜਿਹੜਾ ਪੁੱਤਰ ਹੈ ਉਹ ਵੱਡਾ ਜਿਹੜਾ ਹੋ ਰਿਹਾ ਹੈ, ਲੇਕਿਨ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਮਾਤਾ ਨੂੰ ਕਿ ਉਹਦੀ ਉਮਰ ਜਿਹੜੀ ਉਹ ਘੱਟ ਰਹੀ ਹੈ। ਨਾ ਜਾਣੇ ਕਿ ਦਿਨ ਦਿਨ ਅਵਧ ਘਟਦਾ ਹੈ, ਕਿ ਇਹ ਨਹੀਂ ਸਮਝ ਰਹੀ ਹੈ ਕਿ ਉਹਦੇ ਪੁੱਤਰ ਦੀ ਉਮਰ ਜਿਹੜੀ ਹੈ ਆਯੂ ਹੈ
ਉਹ ਦਿਨੋਂ ਦਿਨ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ। ਮੋਰ ਕਰ ਅਧਿਕ ਲਾਡ, ਸੋ ਉਸ ਨੂੰ ਆਪਣਾ ਪੁੱਤਰ ਕਹਿ ਕੇ ਬਹੁਤ ਸਾਰਾ ਲਾਡ ਲਡਾਉਂਦੀ ਹੈ। ਪਰ ਵੇਖਤ ਹੀ ਜਮਰਾਓ ਹਸੇ। ਇਹ ਇਨਸਾਨ ਤੇਰੇ ਮੋਢਿਆਂ ਦੇ ਉੱਪਰ, ਤੇਰੇ ਉੱਪਰ ਜਿਹੜੇ ਹਨ ਜਮਰਾਜ ਜਿਹੜਾ ਹੱਸ ਰਿਹਾ ਹੈ ਕਿ ਇਨਸਾਨ ਨੂੰ ਉਸ ਨੇ ਇੱਕ ਦਿਨ ਜਿਹੜਾ ਹੈ ਉਹ ਲੈ ਜਾਣਾ ਹੈ। ਇਨਸਾਨ ਤੈਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਤੇਰੀ ਜਿਹੜੀ ਆਯੂ ਹੈ ਦਿਨੋਂ ਦਿਨ ਜਿਹੜੀ ਘਟਦੀ ਜਿਹੜੀ ਜਾ ਰਹੀ ਹੈ। ਇਹ ਇਨਸਾਨ ਤੈਨੂੰ ਇਸ ਗੱਲ ਦਾ ਪਤਾ ਨਹੀਂ ਹੈ। ਜਿਹੜਾ ਹੈ ਇਹ ਸੰਸਾਰ ਵਿੱਚ ਹੁੰਦਾ ਹੈ, ਉਹ ਗਿਆਨ ਜਿਹੜਾ ਹਾਸਲ ਕਰ ਸਕਦਾ ਹੈ ਕਿ ਜਿਹੜਾ ਸੰਸਾਰ ਹੈ ਇਹ ਜਿਹੜਾ ਮਿੱਥਿਆ ਹੈ, ਇਹ ਜਿਹੜਾ ਭਰਮ ਹੈ, ਇਹ ਧੂਈ ਨੇ ਜਿਹੜਾ ਹੈ ਪਹਾੜ ਜਿਹੜਾ ਵਰਗਾ ਹੈ। ਜਿਸ ਤਰ੍ਹਾਂ ਇਨਸਾਨ ਜਿਹੜਾ ਉਹ ਸੁਪਨਾ ਲੈਂਦਾ ਹੈ, ਸੁਪਨੇ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਸੱਚ ਸਮਝ ਲੈਂਦਾ ਹੈ। ਸੁਪਨਾ ਵੀ ਜਿਹੜਾ ਹੈ ਇੱਕ ਪੂਰਨ ਤੌਰ 'ਤੇ ਜਗਤ ਹੈ। ਸੁਪਨੇ ਦੇ ਵਿੱਚ ਇਨਸਾਨ ਜਿਹੜਾ ਆਪਣੇ ਆਪ ਨੂੰ ਜਿਹੜਾ ਹੈ ਉਹ ਦੇਖਦਾ ਹੈ। ਉਸ ਸੁਪਨਾ ਵੀ ਜਿਹੜਾ ਹੈ ਉਹ ਸੱਚਾ ਲੱਗਦਾ ਹੈ, ਕਿਉਂਕਿ ਸੁਪਨੇ ਲੈਣ ਵਾਲਾ ਇਨਸਾਨ ਵੀ ਜਿਹੜਾ ਹੈ ਸੁਪਨੇ ਦੇ ਵਿੱਚ ਜਿਹੜਾ ਮੌਜੂਦ ਹੁੰਦਾ ਹੈ। ਸੁਪਨੇ ਦੇ ਵਿੱਚ ਵੀ ਜਿਹੜੀ ਹੈ ਕਿਉਂਕਿ ਆਪਣੀ ਜਿਹੜੀ ਦੁਨੀਆ ਹੁੰਦੀ ਹੈ, ਸੁਪਨੇ ਦਾ ਜਿਹੜਾ ਸੰਸਾਰ ਆ ਜਾਗਿਆ ਉਹ ਸੱਚਾ ਲੱਗਦਾ। ਸੋ ਜੇਕਰ ਜਿਹੜਾ ਸੁਪਨੇ ਵਾਲਾ ਸੰਸਾਰ ਜਿਹੜਾ ਹੈ ਉਹ ਸੰਸਾਰ ਇਨਸਾਨ ਨੂੰ ਪੂਰਨ ਤੌਰ 'ਤੇ ਜਿਹੜਾ ਸੱਚ ਲੱਗਦਾ ਹੈ, ਜੇਕਰ ਇਹ ਜਿਹੜਾ ਸੁਪਨੇ ਦਾ ਸੰਸਾਰ ਹੈ ਪੂਰਨ ਤੌਰ 'ਤੇ ਭਰਮ ਹੋ ਸਕਦਾ ਹੈ, ਤਾਂ ਜਗਤ ਜੋ ਆਪਾਂ ਇਹ ਸਾਰਾ ਦੇਖ ਰਹੇ ਹਨ ਇਹ ਭਰਮ ਕਿਉਂ ਨਹੀਂ ਹੋ ਸਕਦਾ ਹੈ, ਇਹ ਸੁਪਨਾ ਕਿਉਂ ਨਹੀਂ ਹੋ ਸਕਦਾ ਹੈ। ਜੇ ਸੰਸਾਰ ਦੇ ਅੰਦਰ ਵਿਵੇਕ ਬੁੱਧੀ ਜਿਹੜੀ ਆ ਜਾਂਦੀ ਹੈ, ਸੋ ਇਸ ਚੀਜ਼ ਨੂੰ ਸੱਚ ਨੂੰ ਉਸ ਨੂੰ ਪਛਾਣਨ ਦੀ ਜਿਹੜੀ ਅਵਸਥਾ ਦੀ ਪੈਦਾ ਹੋਣ ਲੱਗਦੀ ਹੈ। ਇਹ ਇਨਸਾਨ ਇਹ ਜਿਹੜਾ ਤੂੰ ਮਾਨ ਕਰ ਰਿਹਾ ਹੈ ਝੂਠਾ ਹੈ। ਇਹ ਜਿਹੜਾ ਜਗਤ ਹੈ ਇਹ ਸੁਪਨੇ ਦੀ ਨਿਆਈ ਹੈ। ਇਸ ਨੂੰ ਜਾਣ, ਇਸ ਵਿਵੇਕ ਬੁੱਧੀ ਨੂੰ ਆਪਣੇ ਆਪ ਜਿਹੜਾ ਹੈ ਸਮਝ, ਇਸ ਸੰਸਾਰ ਦੇ ਉੱਪਰ ਜਿਹੜਾ ਹੈ ਤੇਰਾ ਕੁਛ ਵੀ ਨਹੀਂ ਹੈ। ਇਸੇ ਤਰ੍ਹਾਂ ਹੀ ਜਿਹੜਾ ਹੈ ਇਹ ਇਨਸਾਨ ਜਿਹੜਾ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਆ ਕੇ ਬਹੁਤ ਸ਼ਕਤੀਮਾਨ, ਬਹੁਤ ਸੂਝਵਾਨ ਜਿਹੜਾ ਆਪਣੇ ਆਪ ਨੂੰ ਸਮਝਦਾ ਹੈ, ਲੇਕਿਨ ਉਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਨਵੇਂ ਪਾਤਸ਼ਾਹ ਇਸ ਨੂੰ, ਇਸ ਅਵਸਥਾ ਨੂੰ ਜਿਹੜਾ ਹੈ ਉਹ ਦੱਸਦੇ ਹਨ ਕਿ ਇਨਸਾਨ ਝੂਠੇ ਮਾਨ ਕਹਾਂ ਕਰੇ, ਜਗ ਸੁਪਨੇ ਜਿਉ ਮਾਨ, ਇਨਮੇ ਕਛੂ ਤੇਰੋ ਨਹੀਂ, ਨਾਨਕ ਕਹਿਓ ਬਖਾਨ। ਇਹ ਇਨਸਾਨ ਤੇਰਾ ਇਸ ਸੰਸਾਰ ਦੇ ਵਿੱਚ ਜਿਹੜਾ ਹੈ ਉਹ ਕੁਛ ਵੀ ਨਹੀਂ ਹੈ। ਤੂੰ ਆਪਣੇ ਆਪ ਨੂੰ ਇੰਨਾ ਜਿਹੜਾ ਹੈ ਉਹ ਮਾਨ ਕਰ ਰਿਹਾ ਹੈ। ਇਹ ਜਿਹੜਾ ਜੱਗ ਹੈ ਇਹ ਸੁਪਨੇ ਦੀ ਤਰ੍ਹਾਂ ਜਿਹੜੀ ਹੈ, ਇਸ ਅਵਸਥਾਵਾਂ ਨੂੰ ਜਿਹੜੀ ਹੈ ਉਹ ਸਮਝ। ਇਹ ਚੀਜ਼ਾਂ ਜਿਹੜੀਆਂ ਹਨ ਇਹ ਜਿਹੜੀ ਤੂੰ ਇਕੱਠੀਆਂ ਕਰ ਰਿਹਾ ਹਨ, ਧੰਨਵਾਦ ਤੇ ਜਿਹੜਾ ਲਾਲਚ ਕਰਦਾ ਹੈ ਉਹ ਧੋਖਾ ਕਰਦਾ ਹੈ ਆਪਣੇ ਦੇ ਨਾਲ, ਦੂਸਰਿਆਂ ਦੇ ਨਾਲ, ਲੋਕਾਂ ਦੇ ਨਾਲ। ਸਾਰੀ ਸੰਪਤੀ ਜੋ ਇਕੱਠੀ ਕੀਤੀ ਹੈ, ਇਹ ਜੋ ਬੈਂਕ ਜਾਂ ਬੈਲੈਂਸ ਜਿਹੜੇ ਪੈਦਾ ਕੀਤੇ ਹਨ, ਜਿਹੜੀ ਮਾਇਆ ਨੂੰ ਤੂੰ ਆਪਣੀ ਕਹਿੰਦਾ ਹੈ, ਇਸ ਦੇ ਨਾਲ ਤੇਰੇ ਸਰੀਰ ਦੇ ਨਾਲ ਜਿਸ ਨੇ ਇਸ ਨੇ ਚਲਾਈਮਾਨ ਹੋਣਾ ਹੈ, ਇਹ ਸਾਰੇ ਖਤਮ ਜਿਹੜੀ ਹੋ ਜਾਣੀ ਹੈ। ਸੋ ਬਾਬਾ ਕਬੀਰ ਜੀ ਕਹਿੰਦੇ ਹਨ ਕਿ ਇਸ ਚੀਜ਼ ਦੀ ਜਿਹੜੀ ਹੈ ਉਦਾਹਰਨ ਜਿਹੜੀ ਦਿੰਦੇ ਹਨ ਕਿ ਇਹ ਇਨਸਾਨ ਤੇਰੀ ਅਵਸਥਾ ਜਿਹੜੀ ਹੈ ਉਹ ਬਾਂਦਰ ਦੀ ਤਰ੍ਹਾਂ ਹੈ। ਬਾਂਦਰ ਜਿਹੜਾ ਹੈ ਉਹ ਕਿਸੇ ਜਿਹੜੇ ਭਾਂਡੇ ਦੇ ਵਿੱਚ ਜਿਹੜਾ ਆਪਣਾ ਹੱਥ ਪਾਉਂਦਾ ਹੈ, ਉਸ ਤੋਂ ਅਨਾਜ ਲੈਣ ਦੀ ਕੋਸ਼ਿਸ਼ ਕਰਦਾ ਹੈ, ਲੇਕਿਨ ਉਸਦਾ ਹੱਥ ਜਿਹੜਾ ਹੈ ਉਸ ਭਾਂਡੇ ਦੇ ਵਿੱਚ ਜਿਹੜਾ ਫਸ ਜਾਂਦਾ ਹੈ। ਬਾਂਦਰ ਜਿਹੜਾ ਹੈ ਉਹ ਉਸ ਅਨਾਜ ਨੂੰ ਛੱਡਦਾ ਨਹੀਂ ਹੈ, ਕਿਉਂਕਿ ਉਹਦੀ ਮੁੱਠੀ ਜਿਹੜੀ ਹੈ ਉਹ ਭਾਂਡੇ ਦੀ ਜਿਹੜਾ ਬਰਤਨ ਹੈ ਉਹਦੇ ਮੂੰਹ ਦੇ ਨਾਲ ਜਿਹੜੀ ਵੱਡੀ ਹੋ ਜਾਂਦੀ ਹੈ। ਜੇਕਰ ਉਹ ਮੁੱਠੀ ਛੱਡੇਗਾ ਤਾਂ ਉਸਦੇ ਨਾਲ ਜਿਹੜਾ ਹੈ ਉਹ ਅਨਾਜ ਨਹੀਂ ਜਾਏਗਾ। ਬਾਂਦਰ ਜਿਹੜੀ ਹੈ ਮਟਕੀ ਦੇ ਮੂੰਹ ਦੇ ਵਿੱਚੋਂ, ਭਾਂਡੇ ਦੇ ਮੂੰਹ ਦੇ ਵਿੱਚੋਂ ਆਪਣਾ ਹੱਥ ਨਹੀਂ ਕੱਢਦਾ, ਕਿਉਂਕਿ ਜੇਕਰ ਉਹ ਹੱਥ ਛੱਡ ਦੇਵੇਗਾ ਤਾਂ ਉਸਨੂੰ ਅਨਾਜ ਜਿਹੜਾ ਨਹੀਂ ਮਿਲੇਗਾ। ਇਸ ਤਰ੍ਹਾਂ ਮੁੱਠੀ ਨੂੰ ਛੱਡਦਾ ਨਹੀਂ ਹੈ ਤਾਂ ਉਹਦੀ ਜਿਹੜੀ ਮੁੱਠੀ ਹੈ ਭਾਂਡੇ ਦੇ ਨਾਲ ਹੀ ਜਿਹੜੀ ਅੰਦਰ ਜਿਹੜੀ ਹੈ ਉਹ ਲੱਗ ਜਾਂਦੀ ਹੈ। ਤਾਂ ਇਨਸਾਨ
ਇਸ ਅਵਸਥਾਵਾਂ ਨੂੰ ਸਮਝਦਾ ਨਹੀਂ ਹੈ। ਜੇ ਇਨਸਾਨ ਇਹਨਾਂ ਅਵਸਥਾਵਾਂ ਨੂੰ ਸਮਝ, ਕਿਉਂਕਿ ਜੇਕਰ ਮਾਇਆ ਦੇ ਨੂੰ ਆਪਾਂ ਇਸ ਤਰ੍ਹਾਂ ਪਕੜੀ ਰੱਖਾਂਗੇ, ਬੈਂਕ ਬੈਲੈਂਸ ਜਿਹੜਾ ਹੈ ਪਕੜੀ ਰੱਖਾਂਗੇ, ਤਾਂ ਸਾਰੀ ਉਮਰ ਜਿਹੜੀ ਹੈ ਇਹਦੇ ਵਿੱਚ ਜਿਹੜੀ ਉਹ ਬੀਤ ਜਾਣੀ ਹੈ। ਬਾਬਾ ਫਰੀਦ ਜੀ ਫਰਮਾਉਂਦੇ ਹਨ ਕਿ ਮਰਕਟ ਮੁਸਤੀ ਨਾਜ ਕੀ ਮਨ ਬੌਰਾ, ਰੇ ਲੀਨੀ ਹੱਥ ਪਸਾਰ, ਛੂਟਣ ਕੋ ਸਹਿਸਾ ਭਰਿਆ ਮਨ ਬੌਰਾ, ਰੇ ਨਾਚਿਓ ਘਰ ਘਰ ਬਾਰ। ਇਹ ਅਵਸਥਾ ਜਿਹੜੀ ਇਨਸਾਨ ਦੇ ਅੰਦਰ ਜਿਹੜੀ ਪੈਦਾ ਹੋ ਜਾਂਦੀ ਹੈ ਕਿ ਮਾਇਆਧਾਰੀ ਇਨਸਾਨ ਜਿਹੜਾ ਹੈ ਉਹ ਮਾਇਆ ਨੂੰ ਛੱਡਦਾ ਨਹੀਂ ਹੈ। ਸਾਰੀ ਉਮਰ ਜਿਹੜੀ ਹੈ ਇੱਕ ਬੈਂਕ ਬੈਲੈਂਸ ਨੂੰ, ਇਸ ਮਾਇਆ ਨੂੰ ਜਿਹੜਾ ਹੈ ਉਹ ਮਨ ਦੇ ਵਿੱਚ ਚੁੱਕੀ ਫਿਰਦਾ ਹੈ। ਜੇਕਰ ਮਾਇਆ ਜਿਹੜੀ ਬੈਂਕ ਵਿੱਚ ਜਮ੍ਹਾਂ ਦਿੱਤੀ ਹੈ ਜਾਂ ਕਿਸੇ ਨੂੰ ਦਿੱਤੀ ਹੈ, ਉਹ ਮਾਇਆ ਨੂੰ ਨਹੀਂ ਚੁੱਕ ਰਿਹਾ ਹੈ, ਉਹ ਉਸ ਇਨਸਾਨ ਦਾ ਜਿਹੜਾ ਮਨ ਜਿਹੜਾ ਉਸ ਨੂੰ ਚੁੱਕ ਰਿਹਾ ਹੈ। ਮਨ ਜਿਹੜੀ ਮਾਇਆ ਨੂੰ ਜਿਹੜਾ ਹੈ ਉਹ ਨਹੀਂ ਛੱਡ ਰਿਹਾ ਹੈ। ਸੋ ਜੇਕਰ ਇਸ ਸੰਸਾਰ ਤੋਂ ਉਪਰਾਮਤਾ ਵਾਲੀ ਅਵਸਥਾ ਜਿਹੜੀ ਪੈਦਾ ਕਰਨੀ ਹੈ, ਸੋ ਇਨਸਾਨ ਇਸ ਮਾਇਆ ਨੂੰ ਆਪਣੇ ਮਨ ਦੇ ਵਿੱਚੋਂ ਕੱਢਣ ਦੀ ਜਿਹੜੀ ਹੈ ਉਹ ਜ਼ਰੂਰਤ ਹੈ। ਜੇਕਰ ਵਿਰਾਗ ਵਾਲੀ ਅਵਸਥਾ ਜਿਹੜੀ ਪੈਦਾ ਕਰਨੀ ਹੈ, ਉਹ ਆਪਣੇ ਵਿੱਚ ਵਿਵੇਕ ਬੁੱਧੀ ਇਨਸਾਨ ਜਿਹੜਾ ਪੈਦਾ ਕਰ। ਜਿਸ ਤਰ੍ਹਾਂ ਸ਼ਮਸ਼ਾਨ ਘਾਟ ਵੱਲ ਜਾਂਦਾ ਹੈ ਇਨਸਾਨ, ਤੁਹਾਨੂੰ ਇਸ ਗੱਲ ਦੀ ਜਿਹੜੀ ਥੋੜ੍ਹੀ ਚੱਲੀ ਸਮਝ ਆ ਗਈ ਸੀ ਕਿ ਇਨਸਾਨ ਜੋ ਹੈ ਉਹ ਪਰਸ਼ੁਰਾਮ ਹੈ, ਉਸਨੇ ਬਹੁਤ ਸਾਰੇ ਬੈਂਕ ਬੈਲੈਂਸ ਪੈਦਾ ਕੀਤੇ ਸਨ, ਉਸਨੇ ਬਹੁਤ ਸਾਰੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਉਹ ਲਈਆਂ ਸਨ, ਬਹੁਤ ਸਾਰੀਆਂ ਹੁੰਡੀਆਂ ਬਣਾਈਆਂ ਸਨ। ਸੋ ਇਹ ਮਰਨ ਦੇ ਨਾਲ ਸਾਰਾ ਕੁਛ ਜਿਹੜਾ ਖਤਮ ਹੋ ਗਿਆ। ਲੇਕਿਨ ਇਨਸਾਨ ਇਹ ਤੈਨੂੰ ਦੁਬਾਰਾ ਜਨਮ ਦੇ ਵਿੱਚ ਜਿਹੜਾ ਆਉਣਾ ਪਏਗਾ ਕਿ ਤੇਰੇ ਮਨ ਦੇ ਵਿੱਚ ਜਿਹੜੀਆਂ ਹਨ ਇਹ ਜਿਹੜੀਆਂ ਅਵਸਥਾਵਾਂ ਜਿਹੜੀਆਂ ਪੈਦਾ ਹੋ ਗਈਆਂ ਕਿ ਮੇਰੇ ਕੋਲ ਬਹੁਤ ਵੱਡਾ ਬੈਂਕ ਬੈਲੈਂਸ ਹੈ, ਮੇਰੀ ਬਹੁਤ ਸਾਰੀ ਜ਼ਮੀਨ ਹੈ, ਮੇਰੇ ਬਹੁਤ ਸਾਰੇ ਜਿਹੜੀ ਉਹ ਪੁੱਤਰ ਹਨ। ਸੋ ਇਹ ਇਨਸਾਨ ਇਹ ਤੇਰੀ ਜਿਹੜੀ ਵਿਵੇਕ ਬੁੱਧੀ ਦੇ ਵਿੱਚ ਜਿਹੜੀ ਰੁਕਾਵਟ ਸਨ, ਤੈਨੂੰ ਇਸ ਗੱਲ ਦੀ ਜਿਹੜੀ ਫਿਰ ਵੀ ਸਮਝ ਨਹੀਂ ਆਈ। ਬਹੁਤ ਵਾਰ ਆਪਣੇ ਸਾਥੀਆਂ ਦੀਆਂ ਜਿਹੜੀਆਂ ਹਨ ਅਰਥੀਆਂ ਦੇ ਪਿੱਛੇ ਗਿਆ, ਬਹੁਤ ਵਾਰ ਜਿਹੜੀ ਹੈ ਉਹਨਾਂ ਨੂੰ ਜਦੋਂ ਦੁੱਖ ਲੱਗੇ ਹਨ, ਉਹਨਾਂ ਨੂੰ ਬਿਮਾਰੀਆਂ ਲੱਗੀਆਂ ਹਨ, ਉਹਨਾਂ ਦਾ ਪਤਾ ਲੈਣ ਗਿਆ। ਇਹ ਇਨਸਾਨ ਲੇਕਿਨ ਤੂੰ ਇਹ ਭੁੱਲ ਹੀ ਬੈਠਾ ਕਿ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਅਵਸਥਾਵਾਂ ਹਨ ਤੇਰੇ ਦੇ ਉੱਪਰ ਵੀ ਜਿਹੜੀਆਂ ਉਹ ਪੈਦਾ ਹੋਣੀਆਂ ਹਨ। ਤੈਨੂੰ ਇਸ ਗੱਲ ਦੀ ਬਿਲਕੁਲ ਜਿਉਂਦੇ ਦੀ ਜਿਹੜੀ ਤੈਨੂੰ ਗੱਲ ਜਿਹੜੀ ਹੈ ਸਮਝ ਜਿਹੜੀ ਨਹੀਂ ਆਈ ਕਿ ਜਿਨ੍ਹਾਂ ਨੂੰ ਤੂੰ ਪਿਆਰ ਕਰਦਾ ਹੈ, ਜਿਨ੍ਹਾਂ ਦੇ ਨਾਲ ਤੂੰ ਸਦਾ ਜਿਹੜਾ ਹੱਸਦਾ ਖੇਡਦਾ ਖਾਂਦਾ ਪੀਂਦਾ ਜਿਹੜਾ ਹਨ ਆਨੰਦ ਲੈਂਦਾ ਰਿਹਾ ਹੈ, ਇਹ ਤੇਰੀ ਬੁਢਾਪੇ ਦੀ ਅਵਸਥਾ ਦੇ ਵਿੱਚ, ਤੇਰੀ ਮਰਨ ਦੀ ਅਵਸਥਾ ਦੇ ਵਿੱਚ ਜਿਹੜਾ ਬਿਲਕੁਲ ਜਿਹੜੇ ਆ ਉਹ ਉਪਰਾਮ ਜਿਹੜੇ ਹੋ ਜਾਣਗੇ। ਇਹ ਇਨਸਾਨ ਜਦੋਂ ਤੂੰ ਘਰ ਦੇ ਵਿੱਚ ਆਪਣੀ ਮ੍ਰਿਤੂ ਸ਼ਈਆ 'ਤੇ ਜਿਹੜਾ ਪਿਆ ਹੋਏਗਾ, ਤੈਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਹਨ ਉਹ ਵੀ ਤੈਨੂੰ ਜਿਹੜਾ ਭੂਤ ਸਮਝਣਗੇ ਕਿ ਇਸ ਨੂੰ ਜਲਦੀ ਜਿਹੜਾ ਕੱਢ ਲਓ। ਆਪਾਂ ਇਸ ਸੰਸਾਰ ਦੇ ਹੋਰ ਜਿਹੜੇ ਬਹੁਤ ਸਾਰੇ ਕੰਮ ਕਰਨੇ ਹਨ, ਸਾਖ ਸੰਬੰਧੀ ਵੀ ਬਹੁਤ ਸਾਵਾਂ ਇਸ ਮ੍ਰਿਤੂ ਜਿਹੜੀ ਸ਼ਈਆ ਹੈ ਦੇ ਕੋਲ ਨਹੀਂ ਬੈਠ ਸਕਦੇ, ਜਿਸ ਦੇ ਕੋਲ ਖਾਂਦੇ ਪੀਂਦੇ ਸਨ, ਆਨੰਦ ਲੈਂਦੇ ਸਨ, ਜਿਹਦੀ ਪਤਨੀ ਵੀ ਜਿਹੜੀ ਹੈ ਉਹ ਵੀ ਜਿਹੜੀ ਹੈ ਉਸ ਨੂੰ ਪ੍ਰੇਤ ਕਰਕੇ ਜਿਹੜੀ ਆ ਉਹ ਸਮਝਣ ਲੱਗ ਪੈਂਦੀ ਹੈ। ਕਰਕੇ ਨਾਥ ਬਹੁਤ ਹਿੱਤ ਜਾ ਸਿਉ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਕਰ ਤਾਗੀ। ਹੀ ਇਨਸਾਨ ਇਹ ਤੇਰੀ ਅਵਸਥਾ ਜਿਹੜੀ ਹੈ ਇਸ ਨੂੰ ਸਮਝ। ਬਹੁਤ ਵਾਰ ਤੋਂ ਇਸ ਤਰ੍ਹਾਂ ਦੀਆਂ ਅਵਸਥਾਵਾਂ ਦੇ ਵਿੱਚੋਂ ਗੁਜ਼ਰਿਆ ਹੈ, ਬਹੁਤ ਸਾਰੀ ਮ੍ਰਿਤੂ ਸ਼ਈਆ ਦੇ ਕੋਲ ਜਾ ਕੇ ਬੈਠਿਆ ਹੈ ਕਿ ਉਸਦੀ ਜਿਹੜੀ ਘਰ ਦੀ ਨਾਰ ਹੈ, ਜਿਹੜੀ ਇਨਸਾਨ ਨੂੰ ਬਹੁਤ ਸਾਰਾ ਪਿਆਰ ਕਰਦੀ ਸੀ, ਉਸਦੇ ਆਉਣ ਦਾ ਇੰਤਜ਼ਾਰ ਕਰਦੀ ਸੀ, ਜਾਣ ਵੇਲੇ ਉਸਨੂੰ ਖਾਣਾ ਬੰਨ੍ਹ ਕੇ ਦਿੰਦੀ ਸੀ, ਤੋ ਸਦਾ ਉਸਦੇ ਕੋਲ ਜਿੰਨਾ ਵੀ ਸਮਾਂ ਜੀਂਦਾ ਰਿਹਾ ਹੈ ਤੇਰੇ ਨਾਲ ਜਿਹੜਾ ਸਦਾ ਲੱਗੀ ਰਹੀ ਹੈ। ਇਨਸਾਨ ਜਦੋਂ ਤੇਰੇ ਵਿੱਚੋਂ ਇਹ ਜਿਹੜੀ ਆਤਮਾ ਜਿਹੜੀ ਨਿਕਲ ਗਈ, ਇਹ ਜਿਹੜੀ ਹੈ ਪ੍ਰਮਾਤਮਾ ਜਿਹੜਾ ਹੈ ਉਸਨੇ ਤੇਰੀ ਆਯੂ ਹੈ ਪੂਰੀ ਹੋਣ 'ਤੇ ਜਿਹੜਾ ਹੈ ਇਹ ਤੈਨੂੰ ਆਪ ਬੁਲਾ ਲਿਆ। ਇਹ ਜਿਹੜੀ ਕਾਇਆ ਜਿਹੜੀ ਹੈ ਉਸ ਨੂੰ ਦੇ ਵਿੱਚ ਪ੍ਰੇਤ ਆ ਗਿਆ ਹੈ? ਨਹੀਂ, ਪ੍ਰੇਤ ਨਹੀਂ ਆਇਆ। ਕਿ ਇਨਸਾਨ ਜਿਹੜਾ ਹੈ ਉਹ ਆਪਣੇ ਆਪ ਨੂੰ ਜਿਹੜਾ ਹੈ ਉਹ ਸਿਰਫ ਦੇਹ ਤੋਂ ਕੋਈ ਉੱਪਰ ਨਹੀਂ ਸਮਝਦਾ ਹੈ। ਜਦੋਂ ਇਨਸਾਨ ਦੀ ਜਿਹੜੀ ਹੈ ਇਹ ਅਵਸਥਾ ਜਿਹੜੀ ਪੈਦਾ ਹੋ ਜਾਂਦੀ ਹੈ ਤਾਂ ਘਰ ਦੇ ਸੰਗੀ ਸਾਥੀ ਜਿਹੜੇ ਹਨ, ਮਿੱਤਰ ਹਨ, ਉਹ ਵੀ ਮ੍ਰਿਤੂ ਸ਼ਈਆ ਨੂੰ ਜਿਹੜਾ ਹਨ ਉਹ ਪ੍ਰੇਤ ਜਿਹੜਾ ਕਹਿਣ
ਲੱਗ ਪੈਂਦੇ ਹਨ। ਸੋ ਇਹ ਇਨਸਾਨ ਤੈਨੂੰ ਅਜੇ ਤੱਕ ਜਿਹੜੀ ਹੈ ਬਿਲਕੁਲ ਜਿਹੜੀ ਹੈ ਸਮਝ ਨਹੀਂ ਆਈ ਕਿ ਸਾਰੇ ਜਿੰਨੇ ਵੀ ਜਿਹੜੇ ਤੇਰੇ ਸੰਗੀ ਸਾਥੀ ਸਨ ਉਹ ਸੁੱਖ ਦੇ ਵਿੱਚ ਸਾਰੇ ਸਨ, ਤੇਰੇ ਆ ਕੇ ਜਿਹੜੀ ਉਹ ਕੋਲ ਬੈਠਦੇ ਸਨ। ਸੋ ਸਵੇਰੇ ਸ਼ਾਮ ਤੇਰੇ ਕੋਲ ਆਉਂਦੇ ਸਨ, ਬਹੁਤ ਸਾਰੇ ਤੇਰੇ ਕੋਲੋਂ ਆਨੰਦ ਲੈਂਦੇ ਸਨ, ਤੇਰੇ ਆਲੇ ਦੁਆਲੇ ਬੈਠਦੇ ਸਨ। ਪਰ ਜੋ ਇਨਸਾਨ ਤੇਰੇ ਅੰਦਰ ਜਿਹੜੀ ਹੈ ਉਹ ਤੇਰੇ 'ਤੇ ਵਿਪਤਾ ਪੈਂਦੀ ਹੈ, ਸਾਰੇ ਛੱਡ ਜਾਂਦੇ ਹਨ। ਜਿੰਨੇ ਵੀ ਸੰਗੀ ਸਾਥੀ ਹੈ, ਕੋਈ ਵੀ ਤੇਰੇ ਲਾਗੇ ਜਿਹੜਾ ਹੈ ਉਹ ਨਹੀਂ ਆਉਂਦਾ ਹੈ। ਸੋ ਤੇਰੇ ਅੰਦਰ ਇਨਸਾਨ ਇਹ ਅਵਸਥਾ ਜਿਹੜੀ ਹੈ ਇਹ ਪੈਦਾ ਜਿਹੜੀ ਹੋ ਸਕਦੀ ਹੈ ਜੇਕਰ ਇਹਨਾਂ ਅਵਸਥਾਵਾਂ ਨੂੰ ਚੰਗੀ ਤਰ੍ਹਾਂ ਤੂੰ ਸਮਝ, ਤੇਰੇ ਅੰਦਰ ਇਹ ਵਿਵੇਕ ਬੁੱਧੀ ਜਿਹੜਾ ਪੈਦਾ ਹੋ ਜਾਵੇ। ਵਿਵੇਕ ਬੁੱਧੀ ਪੈਦਾ ਹੋਣ ਦੇ ਨਾਲ ਹੀ ਤੈਨੂੰ ਸੱਤ ਕੀ ਹੈ, ਸੱਤ ਕੀ ਹੈ ਇਹਦੀ ਸਮਝ ਆਏਗੀ। ਹੈ ਇਨਸਾਨ, ਇਹ ਤੈਨੂੰ ਜਿਹੜੇ ਹਾਲਾਤ ਜਿਹੜੇ ਹਨ ਤੇਰੇ ਅੰਦਰ ਜਿਹੜੇ ਪੈਦਾ ਹੋ ਜਾਣ ਕਿ ਤੇਰੇ ਅੰਦਰ ਇੱਕ ਜਿਹੜੀ ਹੈ ਵਿਵੇਕ ਬੁੱਧੀ ਪੈਦਾ ਹੋ ਜਾਵੇ। ਤੇਰੇ ਅੰਦਰ ਇਹ ਸੱਤ ਨੂੰ ਪਛਾਣਨ ਦੀ ਜਿਹੜੀ ਹੈ ਉਹ ਬੁੱਧੀ ਜਿਹੜੀ ਉਹ ਪੈਦਾ ਹੋ ਜਾਏ ਕਿ ਜਿਹੜੇ ਜਿੰਨੇ ਵੀ ਜਿਹੜੇ ਸੁੱਖ ਸਨ ਇਹ ਵੀ ਜਿਹੜੇ ਸਾਰੇ ਹਨ ਇਹ ਸਾਰੇ ਚਲੇ ਜਾਣੇ। ਸੁੱਖਾਂ ਦੇ ਨਾਲ ਜਿਹੜਾ ਹੈ ਇਹ ਜਿਹੜਾ ਵਿਵੇਕ ਬੁੱਧੀ ਜਿਹੜੀ ਪੈਦਾ ਨਹੀਂ ਹੋ ਸਕਦੀ ਹੈ। ਸੋ ਵਿਵੇਕ ਬੁੱਧੀ ਪੈਦਾ ਹੋਣ ਦੇ ਨਾਲ ਹੀ ਤੈਨੂੰ ਇਸ ਧਰਤੀ ਦੇ ਉੱਪਰ ਤੇਰੇ ਆਉਣ ਦਾ ਮੇਨ ਜਿਹੜਾ ਹੈ ਪ੍ਰਯੋਜਨ ਪਤਾ ਲੱਗੇਗਾ ਕਿ ਇਸ ਸੰਸਾਰ ਦੇ ਵਿੱਚ ਜੋ ਸਾਰੇ ਜੀਵ ਹਨ ਉਹ ਚਲਾਏਮਾਨ ਜਿਹੜੇ ਉਹ ਹਨ। ਇਹ ਇਨਸਾਨ, ਇਹ ਤੇਰੇ ਅੰਦਰ ਬਹੁਤ ਸਾਰੀਆਂ ਅਵਸਥਾਵਾਂ ਜਿਹੜੀਆਂ ਪੈਦਾ ਹੋਈਆਂ ਹਨ। ਪਰਮਾਤਮਾ ਨੇ ਤੈਨੂੰ ਬਹੁਤ ਸਾਰੇ ਸੰਕੇਤ ਦਿੱਤੇ ਹਨ ਕਿ ਇਹ ਇਨਸਾਨ ਜਿਹੜਾ ਸਰੀਰ ਹੈ ਇਹ ਜਰ ਜਿਹੜਾ ਖਤਮ ਹੋ ਜਾਣਾ ਹੈ। ਸੋ ਤੇਰੇ ਨਾਲ ਕੁਛ ਨਹੀਂ ਜਾਣਾ ਹੈ। ਸੋ ਆਪਣੇ ਅੰਦਰ ਜਿਹੜੀ ਹੈ ਵਿਵੇਕ ਬੁੱਧੀ ਪੈਦਾ ਕਰ, ਆਪਣੇ ਅੰਦਰ ਜਿਹੜੀ ਹੈ ਅਵਸਥਾਵਾਂ ਜਿਹੜੀ ਹੈ ਪੈਦਾ ਕਰ ਕਿ ਜਿਹੜੀ ਮਾਇਆ ਹੈ ਇਸ ਦੇ ਉੱਤੋਂ ਉਪਰਾਮ ਜਿਹੜੀ ਉਹ ਪੈਦਾ ਹੋ ਕਿ ਉਹ ਸੱਤ ਨੂੰ ਧਰਤੀ 'ਤੇ ਜੋ ਪਰਾਸ਼ਕਤੀ ਹੈ ਜੋ ਤੇਰੇ ਬਿਲਕੁਲ ਨਜ਼ਦੀਕ ਹੈ ਇਸ ਨੂੰ ਪਛਾਣਨ ਦੀ ਜਿਹੜੀ ਕੋਸ਼ਿਸ਼ ਕਰ। ਇਸ ਸੰਸਾਰ ਦੇ ਵਿੱਚ ਜਿਹੜਾ ਸਰੀਰ ਜਿਹੜਾ ਪੈਦਾ ਹੁੰਦਾ ਹੈ ਇਸ ਨੇ ਜਿਹੜਾ ਚੋਲਾ ਜਿਹੜਾ ਬਦਲਣਾ ਹੈ। ਸੋ ਆਪਣੇ ਮਨ ਨੂੰ ਜਿਹੜਾ ਤਕੜਾ ਕਰ, ਇਸ ਮਨ ਨੂੰ ਇਸ ਅਵਸਥਾ ਜਿਹੜੀ ਪੈਦਾ ਕਰ ਕਿ ਸੱਤ ਕੀ ਹੈ, ਸੱਤ ਕੀ ਹੈ, ਤਾਂ ਹੀ ਤੇਰੇ ਅੰਦਰ ਜਿਹੜੀ ਵਿਰਾਗ ਦੀ ਅਵਸਥਾ ਜਿਹੜੀ ਹੈ ਪੈਦਾ ਜਿਹੜੀ ਹੋਏਗੀ। ਸੋ ਵਿਵੇਕ ਬੁੱਧੀ ਜਿਹੜੀ ਪੈਦਾ ਕਰਨ ਦੇ ਲਈ ਤੇਰੇ ਆਲੇ ਦੁਆਲੇ ਬਹੁਤ ਸਾਰੀਆਂ ਅਵਸਥਾਵਾਂ ਜਿਹੜੀਆਂ ਉਹ ਪੈਦਾ ਹੋਈਆਂ ਹਨ, ਪਰਮਾਤਮਾ ਨੇ ਦੱਸੀਆਂ ਹਨ। ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਜੀ। ਜਦੋਂ ਇਹ ਇਨਸਾਨ ਤੈਨੂੰ ਇਸ ਸੰਸਾਰ 'ਤੇ ਪਤਾ ਲੱਗ ਜਾਏਗਾ ਕਿ ਇਸ ਸੰਸਾਰ ਦਾ ਜਿਹੜਾ ਮਾਲਕ ਹੈ ਉਹ ਪੂਰਨ ਤੌਰ 'ਤੇ ਮਹਿਬੂਬ ਹੈ। ਸੋ ਬੁੱਧੀ ਜਗਤ ਦਾ ਮਾਲਕ ਇਹ ਪਰਮਾਤਮਾ ਹੈ, ਤਾਂ ਤੈਨੂੰ ਗਿਆਨ ਦੀ ਜਿਹੜੀ ਅਵਸਥਾ ਤੇਰੇ ਅੰਦਰ ਪੈਦਾ ਹੋ ਜਾਏਗੀ।